ਬਾਣੀਆਂ ਸਿਰ ਬਾਣੀ ਤਨਾਸਰੀ ਮਹਲਾ ਪੰਜਵਾ। ਯਤਨ ਕਰੈ ਮਾਨੁਖ ਡਹਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨ। ਯਤਨ ਕਰੈ ਮਾਨੁਖ ਡਹਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨ। ਜਾਨਤ ਦੂਰ ਤੁਮੈ ਪ੍ਰਭ ਨੇਰਾ, ਉਤ ਤਾਕੈ ਉਤ ਤੇ ਉਤ ਪੇਖੈ। ਆਵੈ ਲੋਭੀ ਫੇਰਾ, ਰਹਾਉ ਜਬ ਲਗ ਟੂਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਬਖਸ਼ ਦਾ, ਗੁਰੂ ਰਹਿਮਤ ਦਾ ਲਈਏ ਲਾਹਾ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਆਗਿਆ ਲਈਏ ਸਤਿਗੁਰਾਂ ਤੋਂ ਗੁਰਮਤਿ ਵਿਚਾਰਾਂ ਆਰੰਭ ਕਰਨ ਦੀ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ। ਆਪਣੀ ਮੁਬਾਰਕ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗਜਾਏ ਫਤਿਹ ਸੋ ਪਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੇ ਮੁਬਾਰਕ ਅੰਗ 680 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ, ਪਾਵਨ ਅੰਗ ਨੋਟ ਕਰਿਓ। 680 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ। ਪਾਵਨ ਰਾਗ ਧਨਾਸਰੀ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਕੀ ਸਮਝਾਉਂਦੇ ਹਨ। ਆਓ ਸਤਿਗੁਰਾਂ ਦੇ ਇਹਨਾਂ ਪਾਵਨ ਬਚਨਾਂ ਤੋਂ ਜਾਣੀਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਪੰਜਮ ਪਾਤਸ਼ਾਹ ਉਚਾਰਨ ਕਰਦੇ ਹਨ। ਯਤਨ ਕਰੈ ਮਾਨੁਖ ਡਹਕਾਵੈ, ਉਹ ਅੰਤਰਜਾਮੀ ਜਾਣੈ। ਯਤਨ ਕਰੈ, ਯਤਨ
ਕਿਸ ਗੱਲ ਦੇ ਕਰਦਾ ਮਨੁੱਖ, ਕਿਹੜੇ ਯਤਨਾਂ ਦੇ ਵਿੱਚ ਫਸਿਆ ਹੋਇਆ। ਸਤਿਗੁਰੂ ਜੀ ਕਹਿੰਦੇ ਹਨ, ਡਹਿਕਾਵੈ ਤੋ ਭਾਵੈ, ਧੋਖਾ ਦਿੰਦਾ ਠੱਗਦਾ। ਅੰਤਰਜਾਮੀ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਕੁਝ ਜਾਣਦਾ। ਹੇ ਭਾਈ, ਲਾਲਚੀ ਮਨੁੱਖ ਅਨੇਕਾਂ ਯਤਨ ਕਰਦਾ, ਲੋਕਾਂ ਨੂੰ ਧੋਖਾ ਦਿੰਦਾ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ। ਯਤਨ ਕਰੈ ਬੜੇ ਯਤਨ ਮਨੁੱਖ ਕਰਦਾ, ਚਤਰਾਈਆਂ ਚਲਾਕੀਆਂ, ਠੱਗੀਆਂ ਠੋਰੀਆਂ ਬਹੁਤ ਕੁਝ ਕਰਦਾ ਹੈ। ਹਰ ਕਿਸੇ ਦੇ ਜੀਵਨ ਵਿੱਚ ਕੋਈ ਨਾ ਕੋਈ ਠੱਗ ਜ਼ਰੂਰ ਆਇਆ ਹੁੰਦਾ ਹੈ। ਉਹ ਠੱਗ ਦਾ ਸੁਭਾਅ ਕੀ ਹੁੰਦਾ? ਠੱਗੀ ਕਰਨ ਵਾਸਤੇ ਕਹੇਗਾ ਮੈਨੂੰ 2 ਘੰਟਿਆਂ ਵਾਸਤੇ ਮਾਇਆ ਦੇ ਦਿਓ, 2 ਘੰਟਿਆਂ ਨੂੰ ਵਾਪਸ ਮਿਲ ਜਾਣਗੇ। ਜੇ 2 ਘੰਟੇ ਨਹੀਂ ਤੇ ਕੱਲ੍ਹ ਨੂੰ, ਜੇ ਕੱਲ੍ਹ ਨੂੰ ਨਹੀਂ ਤੇ ਪਰਸੋਂ ਨੂੰ। ਫਿਰ ਅੱਜ ਇਹ ਵੀ ਸਮਾਂ ਹੈ ਸੰਗਤ ਜੀ, ਮਾਫ਼ ਕਰਿਓ ਪਰ ਕਹਿਣ ਦੇਣਾ, ਬੰਦਾ ਲੈਣ ਵੇਲੇ ਕੁਝ ਹੋਰ ਹੁੰਦਾ, ਜਦੋਂ ਲਈ ਹੋਈ ਵਸਤੂ ਵਾਪਸ ਕਰਨੀ ਹੁੰਦੀ ਹੈ ਨਾ, ਉਦੋਂ ਕੁਝ ਹੋਰ ਹੁੰਦਾ ਹੈ, ਫਰਕ ਹੁੰਦਾ। ਪਿੰਡ ਛੱਡਦੇ ਹਾਂ, ਦੇ ਦਿਆਂਗੇ, ਮਰਨ ਥੋੜ੍ਹਾ ਲੱਗੇ ਹਾਂ, ਪਿੰਡ ਥੋੜ੍ਹਾ ਛੱਡਦੇ ਹਾਂ, ਤੇਰੇ ਤੇ ਦੇ ਕੇ ਜਾਵਾਂਗੇ। ਕਿੰਨੇ ਬਾਅਦ ਦੇ ਵਿੱਚ ਦੇਣ ਵੇਲੇ ਬੰਦਾ ਸ਼ਾਹੂਕਾਰ ਹੁੰਦਾ। ਆਪਣਾ ਦਿੱਤਾ ਹੋਇਆ ਧਨ ਜਦੋਂ ਵਾਪਸ ਲੈਣਾ ਹੋਵੇ ਤੇ ਨਾ ਮੰਗਤਾ ਬਣ ਕੇ ਤੇ ਕਈ ਗੱਪ ਮਾਰ ਕੇ ਲੈਣਾ ਪੈਂਦਾ। ਆਖੋ ਸਤਿਨਾਮ ਸ੍ਰੀ। ਧਨ ਆਪਣਾ ਦਿੱਤਾ ਹੋਇਆ, ਪਰ ਗੱਪ ਵੀ ਧਨ ਦੇਣ ਵਾਲੇ ਨੂੰ ਮਾਰਨੇ ਪੈਂਦੇ ਨੇ, ਵੀ ਮੈਂ ਤਾਂ ਆਹ ਕਰਨਾ ਜੀ, ਮੇਰਾ ਪੈਸਾ ਵਾਪਸ ਦੇ ਦਿਓ। ਗੁਰੂ ਸਾਹਿਬ ਇਹ ਗੱਲ ਅੱਜ ਆਪਣੇ ਪਾਵਨ ਸ਼ਬਦਾਂ ਵਿੱਚ ਕਹਿ ਰਹੇ ਨੇ। ਕਹਿੰਦੇ ਇਸ ਤਰ੍ਹਾਂ ਦੇ ਮਨੁੱਖਾਂ ਤੋਂ ਸਾਵਧਾਨ। ਮਨੁੱਖ ਨੇ ਦੇਖੋ ਕੀ ਲੱਛਣ, ਕੀ ਧੰਦਾ ਫੜਿਆ, ਯਤਨ ਕਰਦਾ। ਅੱਜ ਇੱਕ ਨੂੰ ਠੱਗਿਆ, ਕੱਲ੍ਹ ਦੂਸਰੇ ਨੂੰ ਠੱਗਣ ਦੀ ਤਿਆਰੀ ਹੈ। ਸੱਜਣ ਠੱਗ ਦਾ ਇਹੀ ਕੰਮ ਸੀ। ਆਪਣੇ ਆਸ਼ਰਮ, ਆਪਣੀ ਧਰਮਸ਼ਾਲਾ ਬਣਾਈ ਹੋਈ ਹੈ। ਯਾਤਰੂ ਯਾਤਰਾ 'ਤੇ ਜਾਂਦੇ ਨੇ, ਰਾਹੀ ਵਪਾਰੀ ਵਣਜ ਕਰਨ ਵਾਲੇ ਦੇਸ਼ ਵਿਦੇਸ਼ ਵਿੱਚ ਦੂਰ ਦਰਾਡੇ ਜਾਂਦੇ ਨੇ। ਰਸਤੇ ਦੇ ਵਿੱਚ ਪਤਾ ਹੈ ਇਸ ਪਾਸੇ ਕੋਈ ਠਹਿਰ ਬਣੀ ਹੋਈ ਹੈ, ਕੋਈ ਰਹਿਣ ਵਾਸਤੇ ਜਗ੍ਹਾ ਬਣੀ ਹੋਈ ਹੈ, ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਉਸ ਧਰਮਸ਼ਾਲਾ ਦਾ ਜੋ ਸੰਚਾਲਕ ਹੈ, ਮਾਲਕ ਹੈ, ਉਹਦੀ ਨੀਤ ਬੜੀ ਖੋਟੀ ਹੈ। ਉਹ ਬੜੀ ਸੇਵਾ ਕਰਦਾ, ਸੇਵਾ ਨੂੰ ਵੇਖ ਕੇ ਮਨ ਦਗ ਦਗ ਹੋ ਜਾਂਦਾ, ਖੁਸ਼ ਹੋ ਜਾਂਦਾ। ਬੜੀ ਸੇਵਾ ਸੱਜਣ ਦੀ, ਵਾਕਈ ਕੋਈ ਸੰਤ ਹੈ, ਵਾਕਈ ਕੋਈ ਰੱਬ ਦਾ ਪਿਆਰਾ, ਬੜੀ ਸੇਵਾ ਕਰਦਾ। ਸੰਗਤ ਜੀ ਫਿਰ ਉਸਨੇ ਭੋਜਨ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਪਾ ਦੇਣਾ ਤੇ ਇੰਨੀ ਗੂੜੀ ਨੀਂਦ ਆ ਜਾਣੀ ਭੋਜਨ ਛਕਣ ਤੋਂ ਬਾਅਦ, ਪਤਾ ਹੀ ਨਹੀਂ ਲੱਗਣਾ ਕਿੱਥੇ ਪਏ ਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਭ ਕੁਝ ਜਾਣਦੇ ਨੇ, ਤੇ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲੇ ਤੇ ਮਰਦਾਨੇ ਦੇ ਨਾਲ ਉੱਥੇ ਪਹੁੰਚ ਗਏ। ਸੱਜਣ ਠੱਗ ਨੇ ਦੇਖਿਆ ਵੀ ਬੜਾ ਨੂਰੀ ਚਿਹਰਾ, ਧਨਾੜ ਲੱਗਦੇ ਨੇ, ਇਹਨਾਂ ਕੋਲ ਬਹੁਤ ਕੁਝ ਹੋਵੇਗਾ, ਕਿਉਂ ਨਾਮ ਦਾ ਰੰਗ ਤਿੰਨੇ ਰੂਹਾਂ ਤੇ ਚੜ੍ਹਿਆ ਹੋਇਆ, ਲੱਗਦਾ ਕੋਈ ਤਕੜੇ ਸ਼ਾਹ ਵਪਾਰੀ ਨੇ। ਸੱਜਣ ਦਾ ਮਨ ਹੈ ਬੜਾ ਖੁਸ਼ ਹੋ ਰਿਹਾ, ਅੰਦਰੋਂ ਅੰਦਰੀ ਆਪਣੇ ਨਾਲਦਿਆਂ ਨੂੰ ਕਹਿ ਰਿਹਾ ਇਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹੇ, ਜਾਣ ਵਾਸਤੇ ਨਾ ਕਹਿਣ, ਇਹਨਾਂ ਨੂੰ ਰੋਕਣਾ। ਤੇ ਹੁਣ ਸੱਜਣ ਕੀ ਜਾਣਦਾ ਵੀ ਇਹ ਤੇ ਆਪ ਹੀ ਰੁਕਣਾ ਚਾਹੁੰਦੇ ਨੇ। ਸੰਗਤ ਜੀ ਭੋਜਨ ਦਿੱਤਾ, ਗੁਰੂ ਸਾਹਿਬ ਨੇ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ। ਸੱਜਣ ਉਡੀਕਦਾ ਏ ਸੌਣ, ਪਰ ਨਹੀਂ ਸੁੱਤੇ। ਜਾਗਦਿਆਂ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਸਤਿਗੁਰਾਂ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਫਿਰ ਸ਼ਬਦ ਉਚਾਰਨ ਕੀਤਾ, ਸੱਜਣ ਸਈ ਸੱਜਣਾ ਜੋ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਆ ਤਿੱਥੈ ਖੜੇ ਦਿਸਨ। ਐ ਸੱਜਣਾ ਸੱਜਣ ਉਹੀ ਨੇ ਜਿਹੜੇ ਚੱਲਦਿਆਂ ਨਾਲ ਚਲਨ, ਜਦੋਂ ਇੱਥੋਂ ਜਾਈਏ ਸਾਡੇ ਨਾਲ ਜਾਣ, ਉਹ ਕਰਮ ਸਾਡੇ ਸੱਜਣ ਨੇ।
ਤਾਂ ਸੱਜਣ ਨੂੰ ਇਸ ਗੱਲ ਦੀ ਸਮਝ ਆ ਗਈ, ਗਿਆਨ ਆ ਗਈ। ਸੱਜਣ ਨੇ ਗੁਰਾਂ ਦੇ ਚਰਣੀ ਹੱਥ ਲਾਏ ਤੇ ਗੁਰੂ ਦਾ ਸਿੱਖ ਬਣ ਕੇ ਸੱਜਣ ਸੰਤ ਬਣ ਗਿਆ। ਨਾਲੇ ਆਪਣੇ ਕੀਤੇ ਪਾਪਾਂ ਬਾਰੇ ਦੱਸ ਰਿਹਾ ਸਤਿਗੁਰਾਂ ਨੂੰ, ਮੈਂ ਬੜੇ ਪਾਪ ਕੀਤੇ ਨੇ। ਜਿਹਨੂੰ ਮੈਂ ਰਾਤ ਕਟਾਈ ਹੈ ਉਹਨੂੰ ਠੱਗਿਆ, ਮੈਂ ਉਹਨੂੰ ਠੱਗਿਆ ਕਿਵੇਂ ਹੈ? ਉਹਦਾ ਧਨ ਲੁੱਟ ਲਿਆ, ਉਸ ਨੂੰ ਸੁੱਤੀ ਅਵਸਥਾ ਦੇ ਵਿੱਚ ਬਾਹਰ ਕਿਤੇ ਜੰਗਲਾਂ ਦੇ ਵਿੱਚ ਦੂਰ ਸੁੱਟ ਆਉਣਾ। ਜੇ ਕਈ ਜਾਗ ਵੀ ਕਿਤੇ ਜਾਣ ਉਹਦਾ ਜਾਨੀ ਨੁਕਸਾਨ ਵੀ ਕਰਵਾਇਆ। ਮੈਂ ਬਹੁਤ ਪਾਪ ਕੀਤੇ ਆ ਗੁਰੂ, ਤੂੰ ਬਖਸ਼ਣਹਾਰ ਹੈ, ਬਖਸ਼ ਲੈ। ਮੇਰਾ ਤੇਰੇ ਤੇ ਕੋਈ ਬਲ ਨਹੀਂ ਚੱਲਿਆ, ਮੇਰਾ ਕੋਈ ਯਤਨ ਕਾਮਯਾਬ ਨਹੀਂ ਹੋਇਆ। ਤਾਂ ਗੁਰੂ ਨਾਨਕ ਦੇਵ ਨੇ ਸੱਜਣ ਠੱਗ ਨੂੰ ਸੱਜਣ ਸੰਤ ਬਣਾ ਦਿੱਤਾ। ਤਾਂ ਇਹੀ ਗੱਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦੇਖੋ ਮਨੁੱਖ ਦਾ ਸੁਭਾਅ ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰਜਾਮੀ ਜਾਣੈ। ਬੰਦਾ ਬੰਦੇ ਤੋਂ ਓਹਲਾ ਰੱਖ ਸਕਦਾ ਹੈ, ਪਰ ਪਰਮਾਤਮਾ ਤੋਂ ਕੋਈ ਪਰਦਾ ਨਹੀਂ, ਉਹ ਤੋਂ ਕੋਈ ਓਹਲਾ ਨਹੀਂ। ਉਹ ਤੇ ਘਟ ਘਟ ਕੇ ਪਟ ਪਟ ਕੀ ਜਾਣੈ, ਸਭ ਦੇ ਦਿਲਾਂ ਦੀਆਂ ਜਾਣਦਾ। ਉਹਦੇ ਅੱਗੇ ਬੋਲ ਕੇ ਕਹਿਣ ਦੀ ਲੋੜ ਨਹੀਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ। ਉਹ ਤੇ ਬਿਨ ਬੋਲਿਆਂ ਸਭ ਕੁਝ ਜਾਣਦਾ। ਤਾਂ ਸਤਿਗੁਰੂ ਜੀ ਸਮਝਾਉਂਦੇ ਹਨ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨ। ਇਸ ਜੀਵ ਦਾ ਸੁਭਾਅ ਦੇਖੋ, ਨਾਲੇ ਪਾਪ ਕਰਦਾ ਹੈ ਤੇ ਨਾਲੇ ਪਾਪ ਕਰਕੇ ਮੁੱਕਰ ਜਾਂਦਾ ਹੈ, ਨਾਲੇ ਠੱਗੀਆਂ ਠੋਰੀਆਂ ਕਰਦਾ, ਨਾਲੇ ਮੁੱਕਰ ਜਾਂਦਾ। ਨਾ ਬਈ ਮੈਂ ਤੇ ਕਦੇ ਗਲਤ ਕੰਮ ਕੀਤਾ ਹੀ ਨਹੀਂ, ਆਪਾਂ ਤਾਂ ਕਿਸੇ ਦੇ ਪੰਜੀ ਦੇ ਦੇਣਦਾਰ ਨਹੀਂ। ਸੰਗਤ ਜੀ, ਗੁਰੂ ਨੇ ਗੁਰਬਾਣੀ ਦੇ ਵਿੱਚ ਕਿਹਾ, ਪਾਪਾਂ ਵਾਜੋਂ ਹੋਵੈ ਨਾਹੀ, ਮੋਇਆ ਸਾਥ ਨਾ ਜਾਈ। ਇਹ ਗੱਲ ਕੀਤੀ ਮਾਇਆ ਦੀ, ਕਹਿੰਦੇ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮੋਇਆਂ ਦੇ ਨਾਲ ਨਹੀਂ ਜਾਂਦੀ, ਇੱਥੇ ਹੀ ਰਹਿ ਜਾਂਦੀ ਹੈ। ਫਿਰ ਹੁਣ ਗੁਰਬਾਣੀ ਨੂੰ ਕਹਿ ਦਈਏ ਵੀ ਗੁਰੂ ਸਾਹਿਬ ਨੇ ਗਲਤ ਉਚਾਰਨ ਕੀਤਾ। ਜੇ ਮੈਂ ਕੋਈ 5000 ਰੁਪਏ ਇਕੱਠਾ ਕੀਤਾ, ਕਿਤੇ ਨਾ ਕਿਤੇ ਖੋਟ ਹੈ, ਕਿਤੇ ਨਾ ਕਿਤੇ ਪਾਪ ਹੈ, ਕਿਤੇ ਨਾ ਕਿਤੇ ਕੋਈ ਠੱਗੀ ਹੈ। ਇਹ ਗੁਰੂ ਸਾਹਿਬ ਦੇ ਬੋਲ ਵਚਨ ਨੇ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਹਾਲਾਂਕਿ ਉਹ ਬਿਰਖਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁੱਕਰ ਵੀ ਜਾਂਦਾ ਹੈ। ਪਾਪ ਤੇ ਕੀਤੇ ਆ ਪਰ ਪਾਪਾਂ ਤੋਂ ਮੁੱਕਰ ਗਿਆ। ਮੁੱਕਰਨਾ ਕੀ ਹੈ? ਜਿਵੇਂ ਛਿਪਕਲੀਆਂ ਨੇ ਰਾਤ ਆਉਣ ਤੇ ਭਮੱਕੜੇ ਤੇ ਆਦਿਕ ਖਾਂਦੀਆਂ ਨੇ, ਸਵੇਰ ਹੁੰਦਿਆਂ ਧਾਰਮਿਕ ਫੋਟੋਆਂ ਦੇ ਪਿੱਛੇ ਹੋ ਜਾਂਦੀਆਂ। ਇਸੇ ਤਰ੍ਹਾਂ ਹੀ ਕੁਝ ਮਨੁੱਖ ਦਾ ਹਾਲਾਤ ਹੈ। ਤਾਂ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਸਮਝਾਉਂਦੇ ਹਨ, ਜਾਨਤ ਦੂਰ ਤੁਮੈ ਪ੍ਰਭ ਨੇਰ। ਪਰ ਇਸ ਤਰ੍ਹਾਂ ਦੇ ਗਲਤ ਕਰਮ ਕਰਨ ਵਾਲਾ ਮਨੁੱਖ ਤੈਨੂੰ ਸਤਿਗੁਰੂ ਜੀ ਦੂਰ ਸਮਝਦਾ ਹੈ, ਪਰ ਤੂੰ ਬੜਾ ਨੇੜੇ ਹੋ ਕੇ ਸਭ ਕੁਝ ਵੇਖਦਾ, ਸਭ ਕੁਝ ਜਾਣਦਾ, ਸਭ ਕੁਝ। ਫਿਰ ਜਦੋਂ ਭੁਗਤਾਨ ਭੁਗਤਣੇ ਪੈਂਦੇ ਨੇ ਦਾਤਾਰ ਪਾਤਸ਼ਾਹ, ਉਦੋਂ ਫਿਰ ਤੈਨੂੰ ਬੜਾ ਨੇੜੇ ਜਾਣਦਾ ਵੀ ਮੈਂ ਤੇ ਦੂਰ ਸਮਝਿਆ ਸੀ, ਪਰਮਾਤਮਾ ਰੱਬ ਤੇ ਨੇੜੇ ਹੈ। ਜਾਨਤ ਦੂਰ, ਸਮਝਿਆ ਦੂਰ, ਤੁਮਹੇ ਪ੍ਰਭ ਨੇੜ ਹੈ। ਪਰਮਾਤਮਾ ਤੂੰ ਬਹੁਤ ਨੇੜੇ ਹੈ। ਕਬੀਰ ਸਾਹਿਬ ਵਾਹਿਗੁਰੂ ਰਵਿਦਾਸ ਜੀ ਨੇ ਕਿਹਾ, ਕਹਿਵੇ ਰਵਿਦਾਸ ਹਾਥ ਪਾਉ ਨੇਰਾ, ਸਹਿਜੇ ਹੋਏ ਸੋ ਹੋਏ। ਹੱਥਾਂ ਪੈਰਾਂ ਤੋਂ ਨੇੜੇ ਉਹ ਪਰਮਾਤਮਾ, ਬਹੁਤਾ ਦੂਰ ਨਹੀਂ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ। ਉਤ ਤਾਕੈ, ਉਤ ਤਾਕੈ ਤੋਂ ਭਾਵ ਉਧਰ ਤਾਕੈ ਤੱਕਦਾ ਹੈ। ਲੋਭੀ ਲਾਲਚੀ ਫੇਰ ਫੇਰੇ ਲਾਲਚ ਦੇ ਗੇੜ ਵਿੱਚ। ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ, ਮਾਇਆ ਦੀ ਖਾਤਰ ਉਧਰ ਤੱਕਦਾ ਹੈ, ਉਧਰ ਤੋਂ ਫਿਰ ਉਧਰ, ਭਾਵ ਜਿੱਥੇ ਕੋਈ ਗੱਲ ਨਾ ਬਣੇ ਫਿਰ ਕੋਈ ਦੂਸਰੀ ਥਾਂ ਵੱਲ ਭੱਜਦਾ ਹੈ ਵੀ ਇਹ ਨਹੀਂ ਲੋਟ ਆਇਆ, ਅਗਲੇ ਨੂੰ ਕਿਸੇ ਹੋਰ ਨੂੰ ਵੇਖੀਏ। ਤਾਂ ਸਤਿਗੁਰੂ ਕਹਿੰਦੇ ਨੇ, ਇਤ ਉਤ ਤਾਕੈ ਉਤ ਤੇ ਉਤ ਪੇਖੈ। ਫਿਰ ਚਾਰ ਛੁਪੇਰੇ ਵੇਖਦਾ ਵੀ ਕੋਈ ਤੇ ਮੇਰੇ ਜਾਲ ਵਿੱਚ ਫਸੇ। ਆਵੈ ਲੋਭੀ ਫੇਰ, ਕਿਉਂ ਲੋਭ ਦੇ ਵਿੱਚ ਫਸਿਆ ਹੋਇਆ ਹੈ, ਲੋਭ ਦੇ ਵਿੱਚ ਗਰਸਿਆ ਹੋਇਆ ਹੈ। ਹੁਣ ਲੋਭ ਬਿਰਤੀ ਹੋਣ ਕਰਕੇ ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲੋਭੀ ਮਨੁੱਖ
ਆਪਣੇ ਪਰਾਏ ਸਭ ਉਹਦੇ ਖਾਤਰ ਇੱਕੋ ਹੀ ਨੇ। ਉਹ ਆਪਣੇ ਲੋਭ ਦੀ ਪੂਰਤੀ ਕਰੇਗਾ, ਨਹੀਂ ਸੋਚੇਗਾ ਵੀ ਇਹਦੇ ਘਰ ਸ਼ਾਮ ਦੀ ਰੋਟੀ ਕਿਵੇਂ ਪੱਕਣੀ ਹੈ। ਉਹ ਨਹੀਂ ਵੇਖੇਗਾ ਕਿਸੇ ਦੀ ਕੀ ਮਜਬੂਰੀ ਹੈ, ਕਿਹੜੇ ਢੰਗ ਨਾਲ ਇਹਨੇ ਪੈਸਾ ਕਮਾਇਆ, ਕਿਹੜੇ ਢੰਗ ਨਾਲ ਇਹਨੇ ਇਹ ਰੋਜੀ ਜੋੜੀ ਹੈ, ਕਿਵੇਂ ਇਹਦਾ ਅੱਗੇ ਇਹਨੇ ਇਸ ਰੋਜੀ ਦੇ ਨਾਲ, ਇਸ ਪੈਸੇ ਦੇ ਨਾਲ ਕੀ ਕਰਨਾ। ਪਰ ਲੋਭੀ ਨੂੰ ਜੇ ਉਹ ਪੈਸਾ ਮਿਲ ਗਿਆ, ਉਹਨੇ ਉਹ ਚੁਰਾ ਲੈਣਾ, ਚੱਕ ਲੈਣਾ। ਭਾਵੇਂ ਕਿਸੇ ਨੇ ਧੀ ਤੋਰਨੀ ਹੈ, ਆਨੰਦ ਕਾਰਜ ਕਰਾਉਣੇ ਨੇ, ਵਿਆਹ ਕਰਨਾ, ਉਹਨੂੰ ਕੋਈ ਮਤਲਬ ਨਹੀਂ। ਭਾਵੇਂ ਕਿਸੇ ਨੇ ਆਪਣਾ ਸਾਲਾਂ ਬੱਧੀ ਕਰਜ਼ਾ ਸੀ ਉਹ ਉਤਾਰਨਾ, ਧਨ ਜੋੜਿਆ, ਪਰ ਲੋਭੀ ਦੀ ਨਿਗਾਹ ਵਿੱਚ ਆ ਗਿਆ। ਲੋਭੀ ਨੇ ਆਪਣਾ ਲੋਭ ਪੂਰਾ ਕਰਨ ਵਾਸਤੇ ਉਹ ਸਭ ਕੁਝ ਚੁਰਾ ਲਿਆ, ਚੱਕ ਲਿਆ। ਤਾਂ ਸੰਗਤ ਜੀ ਰਹੋ ਵਿਚਾਰ, ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ ਰਹਾਉ ਦਾ ਵਿਸਰਾਮ ਦੇ ਕੇ। ਜਬ ਲਗ ਟੂਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਈ। ਸਤਿਗੁਰੂ ਜੀ ਕਹਿੰਦੇ ਜਦੋਂ ਤੱਕ ਇਸ ਮਨ ਦਾ ਭਰਮ ਨਹੀਂ ਟੁੱਟਦਾ, ਇਸ ਮਨ ਦਾ ਗੜ ਨਹੀਂ ਟੁੱਟਦਾ, ਭਰਮ ਬਣਿਆ ਹੋਇਆ, ਜਿੰਨਾ ਚਿਰ ਇਸ ਮਨ ਦੇ ਭੁਲੇਖੇ ਨਹੀਂ ਨਿਕਲਦੇ, ਓਨਾ ਚਿਰ ਕੋਈ ਲੋਭ ਤੋਂ ਮੁਕਤ ਨਹੀਂ, ਕੋਈ ਕਾਮ ਕ੍ਰੋਧ ਲੋਭ ਮੋਹ ਤੋਂ ਮੁਕਤ ਨਹੀਂ ਹੋ ਸਕਦਾ, ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਇਹ ਤੇ ਦੁਨਿਆਵੀ ਗੱਲ ਤੇ ਪਰਮਾਤਮਾ ਦੇ ਦਰ ਜਾ ਕੇ ਵੀ ਕੋਈ ਮੁਕਤ ਨਹੀਂ ਹੋ ਸਕਦਾ। 84 ਦੇ ਗੇੜ ਵਿੱਚ ਪੈ ਜਾਂਦਾ ਮਨੁੱਖ। ਖਰੇ ਪਰਖ ਖਜ਼ਾਨੇ ਪਾਈਐ, ਖੋਟੇ ਸੁੱਟੀਐ ਬਾਹਰ ਬਾਹਰ। ਖੋਟਿਆਂ ਨੂੰ ਗੁਰੂ ਸਾਹਿਬ ਫਿਰ ਬਾਹਰ ਸੁੱਟ ਦਿੰਦੇ ਆ, ਫਿਰ ਉਹ ਜਨਮਾਂ ਦੇ ਵਿੱਚ ਭਟਕਦੇ। 84 ਦੇ ਗੇੜ ਵਿੱਚ ਫਿਰ ਉਹ ਨਹੀਂ ਸਤਿਗੁਰੂ ਆਪਣੇ ਚਰਨਾਂ ਵਿੱਚ ਜਗ੍ਹਾ ਦਿੰਦੇ, ਢੋਈ ਦਿੰਦੇ। ਸਤਿਗੁਰੂ ਜੀ ਕਹਿੰਦੇ ਐਸੇ ਕਰਮ ਕਰ, ਤੈਨੂੰ ਉਸ ਪਰਮਾਤਮਾ ਦੇ ਦਰ 'ਤੇ ਸ਼ਰਮਿੰਦਾ ਨਾ ਹੋਣਾ ਪਵੇ। ਫਰੀਦ ਸਾਹਿਬ ਕਹਿੰਦੇ ਨੇ ਨਾ, ਮਤ ਸ਼ਰਮਿੰਦਾ ਥੀ ਬਈ ਸਾਈਂ ਦਾ ਦਰਬਾਰ। ਉਹ ਕਿਹੜੇ ਕਰਮ ਹੈ ਜਿਹੜੇ ਕਰਨੇ ਚਾਹੀਦੇ ਨੇ, ਜਿਹਦਾ ਕਰਕੇ ਸ਼ਰਮਿੰਦਾ ਨਾ ਹੋਣਾ ਪਵੇ। ਉਹ ਕਰਮ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ, ਸ਼ੁਭ ਗੁਣਾਂ ਵਾਲੇ। ਜਿਹੜੇ ਵਿਕਾਰੀ ਕਰਮ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੈਨੂੰ ਜਨਮਾਂ ਜਨਮੰਤਰਾਂ ਦੇ ਵਿੱਚ ਪਾ ਦੇਣਗੇ। ਇਸ ਕਰਕੇ ਆ ਜੀਵ, ਸਤਿਗੁਰੂ ਜੀ ਕਹਿੰਦੇ ਨੇ ਆਪਣੇ ਮਨ ਦੇ ਭਰਮ ਨੂੰ ਤੋੜ ਜੇ ਮੁਕਤ ਹੋਣਾ ਹੈ। ਮਨ ਦੇ ਅੰਦਰ ਜੋ ਵਹਿਮ ਬਣੇ ਹੋਏ ਨੇ, ਭਰਮ ਬਣੇ ਹੋਏ ਨੇ, ਇਹਨਾਂ ਵਹਿਮਾਂ ਭਰਮਾਂ ਨੂੰ ਤੋੜ ਕੇ ਗੁਰਮਤਿ ਦਾ ਧਾਰਨੀ ਬਣ। ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਡੁੱਬ ਗਏ। ਐਣ ਜਾਣ ਬੰਦੇ ਗੁਰੂ ਦੀ ਮੱਤ, ਗੁਰੂ ਦੇ ਸ਼ਬਦ ਦੇ ਲੜ ਲੱਗ, ਗੁਰੂ ਦੀ ਮੱਤ ਅਨੁਸਾਰ ਆਪਣਾ ਜੀਵਨ ਜਿਉ। ਜਿਸ ਮਨੁੱਖ ਨੇ ਗੁਰੂ ਦੀ ਮੱਤ ਆਪਣੇ ਜੀਵਨ ਵਿੱਚ ਧਾਰਨ ਕਰ ਲਈ ਨਾ, ਉਹ ਵਹਿਮਾਂ ਭਰਮਾਂ 'ਚੋਂ ਨਿਕਲ ਜਾਂਦਾ, ਗੰਢ ਮੂਲ ਪੰਚਕਾਂ 'ਚੋਂ ਨਿਕਲ ਜਾਂਦਾ, ਉਹ ਸਵਾਈਆਂ ਪਣਾਈਆਂ 'ਚੋਂ ਨਿਕਲ ਜਾਂਦਾ। ਉਹ ਸਮਝ ਲੈਂਦਾ ਵੀ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ, ਸਾਰੇ ਮਹੀਨੇ ਸਾਰੀਆਂ ਥਿੱਤਾਂ, ਸਾਰੀਆਂ ਰੁੱਤਾਂ, ਸਾਰੇ ਦਿਨ, ਸਾਰੇ ਵਾਰ ਸਭ ਭਲਾ, ਸਾਰਾ ਸਮਾਂ ਹੀ ਭਲਾ, ਕਿਉਂ ਸਮੇਂ ਦਾ ਮਾਲਕ ਉਹ ਪਰਮਾਤਮਾ ਇਹ, ਤੇ ਪਰਮਾਤਮਾ ਦਾ ਬਣਾਇਆ ਹੋਇਆ ਕੁਝ ਵੀ ਬੁਰਾ ਨਹੀਂ। ਇਹ ਸਾਡੇ ਮਨ ਦੇ ਬਣਾਏ ਹੋਏ, ਬ੍ਰਾਹਮਣਵਾਦੀ ਸੋਚ ਦੇ ਬਣਾਏ ਹੋਏ ਵਹਿਮ ਨੇ ਜਿਹੜੇ, ਇਹ ਸਾਡੇ ਅੰਦਰ ਘਰ ਘਰ ਗਏ ਕਿਤੇ ਨਾ ਕਿਤੇ। ਪਰ ਅੱਜ ਸਮੇਂ ਨੇ ਬੜੀ ਕਰਵਟ ਲਈ ਹੈ। ਪਹਿਲਾਂ ਇਹੀ ਮਰਗ ਦੇ ਪਾਠ ਜੇ ਕਿਤੇ 12:30 ਵਜੇ ਤੋਂ 10 ਮਿੰਟ ਪਹਿਲਾਂ ਪ੍ਰਕਾਸ਼ ਹੋ ਜਾਂਦੇ ਨਾ, ਤੇ ਕਲੇਸ਼ ਖੜਾ ਹੋ ਜਾਂਦਾ। ਤੇ ਹੁਣ ਸਿਆਣਪ ਆਈ ਆ ਲੋਕਾਂ ਦੇ ਵਿੱਚ ਬੜੀ ਇਸ ਗੱਲ ਦੀ, ਕਹਿ ਲਓ ਵੀ ਸ਼ਲਾਘਾਯੋਗ ਕਦਮ ਹੈ ਜੋ ਸਮੇਂ ਸਿਰ ਪਾਵਨ ਬਾਣੀ ਦੇ ਪਾਠ ਪ੍ਰਕਾਸ਼ ਹੁੰਦੇ ਨੇ। ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਭੁਲੇਖਾ ਨਹੀਂ ਰੱਖਿਆ ਜਾਂਦਾ, ਕਿਉਂ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ। ਜਦੋਂ ਜਗਤ ਦਾ ਗੁਰੂ ਹੈ, ਕਾਨੂੰਨੀ ਤੌਰ 'ਤੇ ਵੀ ਇਹ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਵੱਡੀ ਤਾਕਤ ਹੈ, ਇਹਨਾਂ ਦੇ ਅੱਗੇ ਹੋਰ ਸਾਰੀਆਂ ਤਾਕਤਾਂ ਛੋਟੀਆਂ ਨੇ। ਸਭ ਤੋਂ ਵੱਡਾ ਇਹਦੇ ਵਿੱਚ 6 ਗੁਰੂਆਂ ਦੀ ਬਾਣੀ, ਵੈਸੇ 10 ਗੁਰੂ ਵਿਰਾਜਮਾਨ ਨੇ। ਸਤਿਗੁਰਾਂ ਨੇ ਕਿਹਾ ਨਾ, ਪ੍ਰਗਟ ਗੁਰਾਂ ਕੀ ਦੇ। ਸਾਰੇ ਗੁਰੂ ਸਾਹਿਬਾਨ, 15 ਭਗਤ, 11 ਭੱਟ, 31 ਰਾਗ, 4 ਸੰਤ, ਇਹਦੇ ਵਿੱਚ ਹੋਰ ਜਿੰਨਿਆਂ ਨੇ ਆਪਣੇ ਜੀਵਨ ਨੂੰ ਸੁਧਾਰਿਆ, ਉਹਨਾਂ ਦਾ ਜ਼ਿਕਰ ਕੀਤਾ। ਵਾਲਮੀਕ ਦਾ ਜ਼ਿਕਰ ਕੀਤਾ,
ਇਹਦੇ ਵਿੱਚ ਅਜੈ ਮਲ ਜਾ ਪਾਪੀ ਜਗ ਜਾਣੈ ਉਹਦਾ ਜ਼ਿਕਰ ਕੀਤਾ, ਗਨਕਾਂ ਦਾ ਜ਼ਿਕਰ ਕੀਤਾ। ਭਾਵ ਜਿਨ੍ਹਾਂ ਨੇ ਆਪਣਾ ਜੀਵਨ ਸੁਧਾਰਿਆ ਉਹਨਾਂ ਦਾ ਜ਼ਿਕਰ ਕੀਤਾ ਵੀ ਇਹਨਾਂ ਨੇ ਭਾਈ ਇਸ ਤਰ੍ਹਾਂ ਆਪਣਾ ਜੀਵਨ ਸੁਧਾਰ ਲਿਆ ਤੇ ਪਹਿਲਾਂ ਇਹਨਾਂ ਦਾ ਜੀਵਨ ਗਰਕਿਆ ਹੋਇਆ ਸੀ। ਸਦਨੇ ਕਸਾਈ ਦਾ ਜ਼ਿਕਰ ਹੋਇਆ, ਪਰਮਾਤਮਾ ਦਾ ਭਗਤ ਬਣ ਕੇ ਉੱਭਰਿਆ। ਕਰਦਾ ਕਸਾਈ ਬਣਾ ਰਿਹਾ ਸਾਰੀ ਉਮਰ, ਪਰ ਫਿਰ ਵੀ ਪਰਮਾਤਮਾ ਨੇ ਬੜੇ ਉਸ ਦੇ ਪਰਚੇ ਪਾਏ। ਸਦਨੇ ਕਸਾਈਪਣਾ ਛੁੱਟਿਆ, ਸਦਨਾ ਭਗਤ ਹੋ ਗਿਆ। ਭਗਤ ਹੋ ਕੇ ਵੀ ਪਰਮਾਤਮਾ ਨੇ ਫਿਰ ਉਸ ਦਾ ਪਰਚਾ ਪਾਇਆ, ਪਰਚੇ ਦੇ ਵਿੱਚ ਫਿਰ ਕਾਮਯਾਬ ਹੋਇਆ। ਕਿਸੇ ਦੇ ਘਰੇ ਰਾਤ ਕੱਟੀ, ਉੱਥੇ ਕਹਿ ਲਓ ਵੀ ਭਗਤ ਜੀ ਦੇ ਉੱਪਰ ਇੱਕ ਐਲੀਗੇਸ਼ਨ, ਦੂਸ਼ਣ ਲੱਗਿਆ। ਉਸ ਦਾ ਸੱਚ ਝੂਠ ਨਿਤਾਰਨ ਵਾਸਤੇ ਸਮੇਂ ਦੇ ਰਾਜੇ ਨੇ ਕਿਹਾ ਵੀ ਤਪਦੇ ਕੜਾਹੇ ਤੇਲ ਦੇ ਵਿੱਚ ਹੱਥ ਪਾਓ, ਜੋ ਸੱਚਾ ਹੋਏਗਾ ਉਹਦਾ ਹੱਥ ਬਚ ਰਹੇਗਾ। ਹੁਣ ਹੱਥ ਉਸ ਬੀਬੀ ਨੇ ਵੀ ਕੜਾਹੇ ਵਿੱਚ ਪਾਇਆ ਤੇ ਡਰਦੀ ਹੈ ਹੱਥ ਪਾਉਣ ਤੋਂ, ਕਿਉਂ? ਗਲਤ ਹੈ। ਭਗਤ ਜੀ ਨਹੀਂ ਡਰ ਰਹੇ, ਉਹਨਾਂ ਨੂੰ ਭਰੋਸਾ ਵੀ ਆਪਾਂ ਸੱਚੇ ਹਾਂ, ਜੇ ਪ੍ਰਮਾਤਮਾ ਹੈ। ਤੇ ਭਗਤ ਜੀ ਨੇ ਹੱਥ ਕੜਾਹੇ ਵਿੱਚ ਪਾ ਦਿੱਤਾ, ਹੱਥ ਨੂੰ ਕੁਛ ਵੀ ਨਹੀਂ ਹੋਇਆ। ਆਖੋ ਸਤਿਨਾਮ ਸ੍ਰੀ। ਪਰਮਾਤਮਾ ਸੱਚ ਦਾ ਸਾਥ ਦਿੰਦਾ ਹੈ। ਹਾਂ, ਇਹ ਗੱਲ ਜ਼ਰੂਰ ਹੈ ਵੀ ਉਸ ਦੇ ਘਰ ਵਿੱਚ ਦੇਰ ਹੈ, ਹਨੇਰ ਨਹੀਂ। ਕੋਈ ਕਹੇ ਵੀ ਮੈਂ ਕੋਈ ਗਲਤ ਕੰਮ ਕਰਕੇ ਮੁੱਕਰ ਗਿਆ ਤੇ ਉਹਦੀ ਸਜ਼ਾ ਨਹੀਂ ਮਿਲਣੀ। ਸੰਗਤ ਜੀ, ਸਜ਼ਾ ਮਿਲਦੀ ਹੈ। ਪਾਪੀ ਕਰਮ ਕਮਾਉਂਦੇ, ਕਰਮ ਪਾਪੀ ਕਰਦੇ ਨੇ, ਕਮਾਉਂਦੇ ਨੇ, ਕਰਦੇ ਰਹਿੰਦੇ ਨੇ, ਪਰ ਜਦੋਂ ਭੁਗਤਣਾ ਪੈਂਦਾ ਕਰਦੇ ਹਾਏ ਹਾਏ, ਫਿਰ ਹਾਏ ਹਾਏ ਤੋਂ ਸਿਵਾਏ ਕੁਝ ਨਹੀਂ ਕਰ ਸਕਦੇ। ਤਾਂ ਗੁਰੂ ਕਿਰਪਾ ਕਰੇ। ਅੱਗੇ ਸਤਿਗੁਰੂ ਜੀ ਸਮਝਾ ਰਹੇ ਨੇ, ਕਹਿੰਦੇ ਮਨ ਦਾ ਭਰਮ ਹੈ ਜਿਹੜਾ ਉਹਨੂੰ ਤੋੜ ਨਾ ਕਰੋ। ਮਨ ਦੇ ਅੰਦਰੋਂ ਵਹਿਮ ਭਰਮ ਸਾਰੇ ਕੱਢੋ। ਗਿਆਨ ਦਾ ਚਾਨਣ, ਗਿਆਨ ਦਾ ਦੀਪਕ ਬਾਲੋ, ਅਗਿਆਨਤਾ ਦਾ ਹਨੇਰਾ ਆਪੇ ਦੂਰ ਹੋ ਜਾਣਾ ਹੈ। ਜਦੋਂ ਅਗਿਆਨਤਾ ਦਾ ਵੀ ਅਸੀਂ ਦੀਪਕ ਹੱਥ ਦੇ ਉੱਪਰ ਧਰਿਆ ਹੋਇਆ ਤੇ ਗਿਆਨ ਦਾ ਦੀਪਕ ਬੁਝਾ ਰੱਖਿਆ, ਤਾਂ ਸੰਗਤ ਜੀ ਫਿਰ ਠੇਡੇ ਹੀ ਨੇ, ਠੋਕਰਾਂ ਨੇ, ਹੋਰ ਕੁਝ ਵੀ ਨਹੀਂ। ਇਹਨਾਂ ਠੋਕਰਾਂ ਠੇਡਿਆਂ ਤੋਂ ਬਚਣਾ ਤਾਂ ਫਿਰ ਗਿਆਨ ਦਾ ਦੀਪਕ ਜਗਾਉਣਾ, ਗੁਰਬਾਣੀ ਦੇ ਮੁਤਾਬਿਕ ਜੀਵਨ ਜਿਉਣਾ। ਬਾਣੀ ਗੁਰੂ, ਗੁਰੂ ਹੈ ਬਾਣੀ, ਰੋਜ਼ ਪੜ੍ਹਦੇ ਹਾਂ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਆਪ ਨਿਸਤਾਰੇ ਆਪਣੇ ਪਿਆਰਿਆਂ ਦੀ ਲਾਜ ਪਤ ਰੱਖਦਾ। ਅੰਤਿਮ ਪੰਕਤੀ ਵਿੱਚ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹੈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਿਸ ਮਨੁੱਖ ਨੇ ਆਪਣੇ ਮਨ ਦਾ ਭਰਮ ਤੋੜ ਲਿਆ, ਸੱਚ ਦੇ ਮਾਰਗ ਤੇ ਚੱਲ ਪਿਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਸ ਉੱਪਰ ਉਸ ਪਰਮਾਤਮਾ ਦੀ ਦਿਆਲਤਾ ਬਣ ਜਾਂਦੀ ਹੈ, ਉਸ ਦੀ ਕਿਰਪਾ ਬਣ ਜਾਂਦੀ ਹੈ। ਉਹੀ ਉਸ ਪਰਮਾਤਮਾ ਦਾ ਭਗਤ ਬਣਦਾ, ਉਹੀ ਪਰਮਾਤਮਾ ਦਾ ਸੰਤ ਅਖਵਾਉਂਦਾ ਹੈ। ਉਹੀ ਚੰਗਿਆਈਆਂ ਦੇ ਰਾਹ 'ਤੇ ਚੱਲ ਕੇ ਗੁਰੂ ਪਰਮਾਤਮਾ ਤੋਂ ਖੁਸ਼ੀਆਂ ਲੁੱਟ ਲੈਂਦਾ ਹੈ। ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਸਤਿਗੁਰੂ ਜੀ ਕਹਿੰਦੇ ਇੱਕ ਦਿਨ ਪ੍ਰਾਣਾਂ ਨੇ ਤੇ ਛੁੱਟਣਾ ਹੀ ਹੈ। ਫਿਰ ਬੰਦਿਆ ਕਿਉਂ ਆਪਣੇ ਜੀਵਨ ਨੂੰ ਐਵੇਂ ਗਰਕਾ ਰਹੇ ਹੈ? ਕਿਉਂ ਆਪਣੇ ਜੀਵਨ ਦੇ ਵਿੱਚ ਬੁਰਾਈਆਂ ਖੱਟ ਰਹੇ ਹੈ? ਪਤਾ ਨਹੀਂ ਇਹ ਮਨੁੱਖਾ ਜੀਵਨ ਦੁਆਰਾ ਮਿਲਣਾ ਜਾਂ ਨਹੀਂ ਮਿਲਣਾ, ਅੱਗੇ ਕਿਹੜੀ ਜੂਨ ਭੋਗਣੀ ਹੈ ਇਹ ਪ੍ਰਮਾਤਮਾ ਜਾਣਦਾ। ਤੇ ਜਾਂ ਫਿਰ ਸਾਡੇ ਕਰਮ ਪਤਾ ਦੱਸਣਗੇ ਵੀ ਕਰਮਾਂ ਅਨੁਸਾਰ ਤੈਨੂੰ ਅੱਗੇ ਜੀਵਨ ਮਿਲਣਾ ਹੈ। ਜੇ ਚੰਗੇ ਕਰਮ ਕਰਾਏ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਫਲ, ਉਹੋ ਜਿਹਾ ਗੁਰੂ ਸਾਹਿਬ ਨੇ ਤੈਨੂੰ ਫਲ ਤੇਰੀ ਝੋਲੀ ਵਿੱਚ ਪਾ ਦੇਣਾ ਹੈ। ਇਸ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਕਹੇ ਅਨੁਸਾਰ ਚੰਗਿਆਈਆਂ ਦੇ ਰਾਹ 'ਤੇ ਚੱਲ, ਬੁਰਾਈਆਂ ਦਾ ਤਿਆਗ ਕਰ। ਆਓ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਵਿੱਚ ਅਥਾਹ ਬਖਸ਼ਿਸ਼ ਕੀਤੀ ਹੈ। ਅਸੀਂ ਇਹਨਾਂ ਬਖਸ਼ਿਸ਼ਾਂ ਨੂੰ ਆਪਣੀ ਝੋਲੀ ਵਿੱਚ ਪਵਾ ਲਈਏ। ਅਰਦਾਸ ਬੇਨਤੀ ਦਾ ਸਮਾਂ ਹੋਇਆ। ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਹੁਕਮ, ਅੱਜ ਜੋ 40ਵਾਂ ਹੁਕਮ ਹੈ, 40ਵੇਂ ਹੁਕਮ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ। ਕਈ ਵਾਰ ਮਨੁੱਖ ਦਾ ਸੁਭਾਅ ਹੁੰਦਾ ਹੈ, ਕਿਸੇ ਦਾ ਭਾਵੇਂ ਕਿੱਡਾ ਹੀ ਕਾਰਜ ਹੋਵੇ,
ਤੇ ਜੇ ਕਿਤੇ ਉਸ ਦਾ ਕਾਰਜ ਨੇਪਰੇ ਚੜ੍ਹਨਾ ਹੋਵੇ, ਕਈ ਮਨੁੱਖਾਂ ਨੂੰ ਆਦਤ ਹੁੰਦੀ ਹੈ ਚੁਗਲੀ ਕਰਨ ਦੀ, ਜਾ ਕੇ ਉਸ ਦੇ ਬਾਬਤ ਕੋਈ ਵਾਧਾ ਘਾਟਾ ਕਰਦੇ ਨੇ, ਕਹਿੰਦੇ ਨੇ ਵੀ ਇਹ ਤੇ ਆਏ ਆ, ਤੇਰਾ ਦਿੱਤਾ ਮੁੜਨਾ ਨਹੀਂ, ਤੂੰ ਦੇ ਤੇ ਰਿਹਾ, ਭਾਵ ਲਾ ਦਿੱਤੀ ਨਾ ਲੂਤੀ, ਚੁਗਲੀ ਹੋ ਗਈ। ਤੇ ਇਸ ਤਰ੍ਹਾਂ ਦਾ ਕਰਮ ਸਤਿਗੁਰੂ ਜੀ ਕਹਿੰਦੇ ਬਿਲਕੁਲ ਨਹੀਂ ਕਰਨਾ। ਹੁਣ ਕਿਸੇ ਨੇ ਧੀ ਦਾ ਕਾਰਜ ਰੱਖਿਆ, ਵਿਆਹ ਕਰਨਾ, ਕਿਸੇ ਸ਼ਾਹੂਕਾਰ ਤੋਂ ਕਰਜ਼ ਲੈਣਾ, ਤੇ ਕੋਈ ਮੇਰੇ ਵਰਗੇ ਨੇ ਜਾ ਕੇ ਚੁਗਲੀ ਲਾ ਦਿੱਤੀ, ਨਾ ਦੇਖੀ ਕਿਤੇ ਦੇ ਨਾ ਦੇਈ, ਤਾਂ ਸਤਿਗੁਰੂ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ, ਤਨਖਾਹੀਆ ਹੈ। ਕਿਉਂ? ਕਿਸੇ ਦੇ ਕਾਰਜ ਵਿੱਚ ਉਸਨੇ ਆਪਣੀ ਜਾ ਕੇ ਆਦਤ ਦੇ ਮੁਤਾਬਕ ਚੁਗਲੀ ਕਰ ਦਿੱਤੀ, ਕਹਿ ਦਿੱਤਾ। ਸ਼ਾਮ ਨੂੰ ਅਗਲੇ ਨੇ ਹਾਂ ਕੀਤੀ ਹੈ, ਸਵੇਰ ਨੂੰ ਅਗਲਾ ਮੁੱਕਰ ਗਿਆ ਵੀ ਨਹੀਂ ਭਾਈ ਸਾਹਿਬ ਮੁਸ਼ਕਲ ਹੈ। ਇਸੇ ਤਰ੍ਹਾਂ ਸੰਮਣ ਤੇ ਮੂਸਣ ਗੁਰੂ ਕੇ ਪਿਆਰੇ ਸਿੱਖ ਹੋਏ ਨੇ। ਪਹਿਲਾਂ ਸ਼ਾਹੂਕਾਰ ਨੇ ਹਾਂ ਕਰ ਦਿੱਤੀ, ਕਿਸੇ ਨੇ ਚੁਗਲੀ ਕਰ ਦਿੱਤੀ, ਇਹ ਕਿੱਥੋਂ ਮੋੜਨਗੇ? ਸਾਰਾ ਦਿਨ ਰੱਬ ਰੱਬ ਕਰਦੇ ਨੇ, ਵੱਡੇ ਚੋਲੇ ਪਾ ਕੇ ਰੱਖਦੇ ਆ, ਮਿਹਨਤ ਮਸ਼ੱਕਤ ਕੋਈ ਨਹੀਂ, ਕਿੱਥੋਂ ਤੇਰਾ ਧਨ ਮੋੜਨਗੇ? ਸ਼ਾਹੂਕਾਰ ਮੁੱਕਰ ਗਿਆ। ਪਰ ਆਪਣੇ ਗੁਰੂ ਦੇ ਨਾਲ ਕੀਤੇ ਵਚਨ ਕੌਲ ਨਿਭਾਉਣ ਵਾਸਤੇ ਸੰਗਤ ਜੀ ਸਿੱਖਾਂ ਨੇ ਕਰਮ ਜੋ ਕੀਤਾ ਉਹਦਾ ਨਾਮ ਹੈ ਚੋਰੀ। ਪੁੱਤਰ ਦੁਕਾਨ ਦੇ ਵਿੱਚ ਉਤਾਰ ਦਿੱਤਾ, ਪਿਤਾ ਬਾਹਰ ਲੋੜ ਦਾ ਸਮਾਨ ਫੜ ਰਿਹਾ, ਲੋੜ ਤੋਂ ਬਿਨਾਂ ਕੋਈ ਸਮਾਨ ਨਹੀਂ ਚੱਕਣਾ, ਪੈਸਾ ਨਹੀਂ ਚੱਕਣਾ, ਸਿਰਫ ਰਸਤ ਲੰਗਰ ਵਾਸਤੇ। ਤੇ ਜਦੋਂ ਬਾਹਰ ਕੱਢਣ ਦਾ ਸਮਾਂ ਆਇਆ, ਸਮਾਨ ਸਾਰਾ ਬਾਹਰ ਕੱਢ ਲਿਆ, ਪੁੱਤਰ ਫਸ ਗਿਆ। ਪਿਤਾ ਨੂੰ ਪੁੱਤਰ ਦਾ ਸੀਸ ਕੱਟਣਾ ਪਿਆ, ਤੇ ਗੁਰੂ ਨੇ ਫਿਰ ਕਿਰਪਾ ਕਰਕੇ ਪੁੱਤਰ ਦਾ ਸੀਸ ਫਿਰ ਧੜ ਨਾਲ ਜੋੜ ਦਿੱਤਾ। ਸਾਖੀ ਨੂੰ ਵਿਸਤਾਰ ਪੂਰਵਕ ਕਦੇ ਫਿਰ ਸਰਵਣ ਕਰਾਂਗੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦਾ ਵੀ ਕੰਮ ਕਦੇ ਚੁਗਲੀ ਕਰਕੇ ਨਾ ਵਿਗਾੜਿਓ। ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਗੁਰੂ ਦੇ ਸਿੱਖ ਅਖਵਾਉਣੇ ਹੋ। ਤਾਂ ਉਹ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਨੂੰ ਜੀਓ ਆਇਆ, ਸਭ ਦਾ ਧੰਨਵਾਦ। ਸਮੂਹ ਸੰਗਤ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਦਰਬਾਰ ਹਾਜ਼ਰੀਆਂ ਭਰਦੇ ਹੋ, ਕਥਾ ਵਿਚਾਰਾਂ ਗੁਰਬਾਣੀ ਸੁਣਦੇ ਹੋ, ਫਿਰ ਆਪਣੇ ਤਨ ਨਾਲ ਸੇਵਾ ਕਰਕੇ ਗੁਰੂ ਕੀ ਖੁਸ਼ੀ ਵੀ ਪ੍ਰਾਪਤ ਕਰਦੇ ਹੋ। ਗੁਰੂ ਸਾਹਿਬ ਆਪਣੀਆਂ ਰਹਿਮਤਾਂ ਆਪਣੇ ਪਿਆਰਿਆਂ 'ਤੇ ਵਰਤਾਉਂਦੇ ਨੇ, ਵਰਸਾਉਂਦੇ ਨੇ। ਜੇ ਕੋਈ ਗੁਰੂ ਦੇ ਵਚਨ ਨੂੰ ਕਮਾਉਂਦਾ ਹੈ, ਸੇਵਾ ਅਤੇ ਸਿਮਰਨ ਕਰਦਾ ਹੈ, ਗੁਰੂ ਸਾਹਿਬ ਉਹਨਾਂ ਦੇ ਸਾਰੇ ਕਾਰਜ ਆਪ ਸਵਾਰ ਦਿੰਦੇ ਹੈ। ਸਤਿਨਾਮ ਸ੍ਰੀ